प्रभु यीशु मसीह जो साडा सिरजनहारा है, असी उसका हिरदे तो धन्नवाद करते हैं। अजी जो अज सुबह सवेर जदों कि 8:09 हो रहे हैं और तुहाडी सेवा दे विच हाज़र हाँ। प्रभु तुहानूं बहुत वड्डी किरपा देवे। अज असी दो शरीरां दे बारे गल करते हाँ, जिवें पौलुस ने पहला करंथियां उसके 15:40 विच उसने बयान किया है। लो मैं तुहाडे सामने अज 15:40 नूं लैके आउणा चाहुंदा हाँ। प्रभु मुबारक है जिसने साडे लई इस मिट्टी के शरीर तो मगरों एक स्वर्गी शरीर भी रखा होया है। और वचन बयान करता है पहला करंथियां 15:40 आयत। और इत्थे लिखत कहती है स्वर्गी शरीर भी हैं अते जमीनी शरीर भी हैं। स्वर्गी शरीर भी हैं अते जमीन वाले शरीर भी हैं। पर स्वर्गियां दा प्रताप होर है अते जमीनियां दा प्रताप होर है। प्रभु तुहानूं बहुत वड्डी किरपा देवे। जदों असी जमीनियां दे प्रताप नूं वेखदे हां ते ये जमीन वालियां दा प्रताप बस इन्ना ही है कि ये सदा मिट्टी वाला शरीर सदा रह नहीं सकता। ये लिमिटेड है। ये दिन गिने हुए ने, महीने साल सब गिन के खुदा ने ये रखे हुए ने। पर जिहड़ा स्वर्गी शरीर है ये सदा दे लई है। इसकी कोई लिमिट नहीं है। प्रभु तुहानूं बहुत वड्डी बरकत देवे। इस वचन नूं पढ़ना और इहदे लई विश्वास करना बहुत मुबारक है। जदों असी इन्हां लिखतां नूं पढ़दे हां ते सानूं हमेशा दा जीवन इस मिट्टी वाले शरीर विच भी नज़र आउंदा है। इस करके लिखत कहती है, मैं पढ़ना चाहता हाँ 42 आयत विच असी थोड़ा इस शरीर वास्ते लेंदे हाँ। और लिखा है इसे तरह मुर्दियां दी क़यामत भी है। मुर्दियां दी क़यामत भी है। वो नाशमान बीजा जाता है पर अविनाशी होके जी उठता है। वो बेपत बीजा जाता है परंतु प्रतापवान जी उठता है। वो निर्बल बीजा जाता है पर बलवंत जी उठता है। वो प्राणक शरीर होके बीजा जाता है पर वो आत्मिक शरीर होके जी उठता है। जे मैं प्राणक शरीर है तो आत्मिक शरीर भी है। क्योंकि लिखा होया भी है जो पहला मनुख आदम जिउंदी जान होया
ਅਤੇ ਛੇਕਲਾ ਆਦਮ ਜੀਵਨ ਦਾਤਾ ਹੋਇਆ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਸਾਡਾ ਸੰਬੰਧ ਇਹ ਸਰੀਰ ਕਰਕੇ ਆਦਮ ਵੱਲ ਨੂੰ ਜਾਂਦਾ ਹੈ। ਮਿੱਟੀ ਦਾ ਸਰੀਰ ਹੋਣ ਕਰਕੇ ਸਾਡਾ ਜਿਹੜਾ ਪਿਛੋਕੜ ਹੈ ਜਾਂ ਪਿੱਛੇ ਤੋਂ ਪਿੱਛੇ ਹਜ਼ਾਰਾਂ ਸਾਲਾਂ ਪਿੱਛੇ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਇਹ ਮਿੱਟੀ ਦਾ ਨਜ਼ਰ ਆਉਂਦਾ ਹੈ। ਉਤਪਤੀ 2:7 ਵਿੱਚ ਇਹ ਸਾਨੂੰ ਮਿੱਟੀ ਦਾ ਨਜ਼ਰ ਆਉਂਦਾ ਹੈ। ਲਿਖਤ ਕਹਿੰਦੀ ਹੈ ਫਿਰ ਯਹੋਵਾ ਪਰਮੇਸ਼ਰ ਨੇ ਆਦਮ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ। ਫਿਰ ਉਸਨੇ ਆਦਮ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਔਰ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕ ਦਿੱਤਾ। ਸੋ ਆਦਮ ਜਿਉਂਦੀ ਜਾਨ ਹੋ ਗਿਆ। ਜਦੋਂ ਆਤਮਿਕ ਅੰਦਰ ਚਲਾ ਗਿਆ ਤੇ ਮਿੱਟੀ ਦਾ ਵੀ ਜਿਹੜੀ ਮਿੱਟੀ ਦਾ ਸਰੀਰ ਸੀ ਉਹਦੀਆਂ ਵੀ ਬਾਹਾਂ ਹਿੱਲਣ ਡੈ ਪਈਆਂ, ਲੱਤਾਂ ਚੱਲਣ ਡੈ ਪਈਆਂ ਔਰ ਉਸ ਦੀਆਂ ਅੱਖਾਂ ਵੇਖਣ ਡੈ ਪਈਆਂ, ਉਹਦੇ ਕੰਨ ਸੁਣਨ ਡੈ ਪਏ ਔਰ ਉਹਦਾ ਮੂੰਹ ਬੋਲਣ ਲੱਗ ਪਿਆ। ਮਿੱਟੀ ਵਾਲੇ ਦਾ ਜਿਸ ਨੂੰ ਪਰਮੇਸ਼ਰ ਨੇ ਜ਼ਮੀਨ ਦੀ ਮਿੱਟੀ ਤੋਂ ਲੈ ਕੇ ਬਣਾਇਆ ਸੀ। ਮੇਰੇ ਅਜ਼ੀਜ਼ੋ, ਇੱਥੇ ਲਿਖਿਆ ਹੈ ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਿਕ ਸਰੀਰ ਹੋ ਕੇ ਜੀ ਉੱਠਦਾ ਹੈ। ਮਿੱਟੀ ਦਾ ਸਰੀਰ ਮਿੱਟੀ ਵਿੱਚ ਚਲਾ ਜਾਂਦਾ ਹੈ ਔਰ ਅਸੀਂ ਵੇਖਦੇ ਹਾਂ ਜਦੋਂ ਇਹ ਮਿੱਟੀ ਵਿੱਚ ਚਲਾ ਜਾਂਦਾ ਹੈ ਤੇ ਇੱਕ ਆਸ਼ਾ ਦੇ ਨਾਲ ਜਾਂਦਾ ਹੈ। ਪਹਿਲਾਂ ਤਾਂ ਆਸ਼ਾ ਨਹੀਂ ਸੀ ਪਰ ਜਦੋਂ ਆਤਮਿਕ ਸਰੀਰ ਮਿਲਿਆ, ਜਦੋਂ ਦੂਸਰਾ ਆਦਮ ਆਇਆ, ਜਾਣੇ ਕਿ ਸਾਡਾ ਖੁਦਾਬੰਦ ਯਿਸੂ ਮਸੀਹ, ਔਰ ਉਸਨੇ ਮਿੱਟੀ ਦੇ ਸਰੀਰਾਂ ਨੂੰ ਜਿਹੜੇ ਉਹਦੇ ਦਿਨਾਂ ਵਿੱਚ ਸਨ ਉਹਨਾਂ ਨੂੰ ਮੱਤੀ 4:17 ਦੇ ਵਿੱਚ ਕਹਿ ਦਿੱਤਾ, ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਮਿੱਟੀ ਵਾਲੇ ਲਈ ਨਹੀਂ, ਇਹ ਨੀਂਹ ਰੱਖੀ ਗਈ ਹੈ ਸਵਰਗ ਵਾਲੇ ਦੀ। ਪ੍ਰਭੂ ਬਹੁਤ ਵੱਡੀ ਕਿਰਪਾ ਦੇਵੇ। ਜਦੋਂ ਇਹ ਸਵਰਗ ਵਾਲੇ ਦੀ ਨੀਂਹ ਸਾਡੇ ਖੁਦਾਵੰਦ ਯਿਸੂ ਮਸੀਹ ਨੇ ਰੱਖ ਦਿੱਤੀ ਹੈ ਤੇ ਉਹ ਆਪ ਵੀ ਸਵਰਗ ਤੋਂ ਆਇਆ ਔਰ ਮਨੁੱਖ ਬਣਿਆ। ਉਹ ਆਪ ਵੀ ਸਵਰਗ ਤੋਂ ਆਇਆ ਔਰ ਮਨੁੱਖ ਬਣਿਆ। ਪ੍ਰਭੂ ਕਿਰਪਾ ਦੇਵੇ। ਪਹਿਲਾ ਆਦਮ ਜਦੋਂ ਆਇਆ ਉਹਦੇ ਦੁਆਰਾ ਮੌਤ ਆਈ, ਪਰ ਜਦੋਂ ਦੂਸਰਾ ਆਦਮ ਆਉਂਦਾ ਹੈ, ਜਾਣੇ ਕਿ ਸਾਡਾ ਖੁਦਾਬੰਦ ਯਿਸੂ ਮਸੀਹ, ਉਹ ਸਵਰਗੀ ਸਰੀਰ ਦੀ ਗੱਲ ਕਰਦਾ ਹੈ, ਉਹ ਸਵਰਗ ਦੀ ਗੱਲ ਕਰਦਾ ਹੈ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। तो मैं पढ़ना चाहता हाँ 47 आयत। पहला मनुख मिट्टी का बनिया स्वर्गों है, जिवें ओ मिट्टी का सी तिवें ओ भी जेड़े मिट्टी दे हन
ਅਤੇ ਜਿਵੇਂ ਉਹ ਸਵਰਗ ਦਾ ਹੈ ਤਿਵੇਂ ਉਹ ਵੀ ਜਿਹੜੇ ਸਵਰਗ ਦੇ ਹਨ। ਅਤੇ ਜਿਸ ਤਰ੍ਹਾਂ ਮਿੱਟੀ ਵਾਲੇ ਦਾ ਸਰੂਪ ਧਾਰਿਆ ਇਸੇ ਤਰ੍ਹਾਂ ਸਵਰਗ ਵਾਲੇ ਦਾ ਸਰੂਪ ਵੀ ਧਾਰਾਂਗੇ। ਆਸ ਟੁੱਟੀ ਨਹੀਂ ਹੈ ਭਈ ਆਦਮੀ ਮਰ ਜਾਵੇ ਤੇ ਕੁਛ ਨਹੀਂ ਬਣੇਗਾ। ਮਸੀਹ ਯਿਸੂ ਵਿੱਚ ਸਾਡੀਆਂ ਆਸਾਂ ਜਿਉਂਦੀਆਂ ਹਨ। ਪਰ ਜੇ ਕੋਈ ਵਿਸ਼ਵਾਸ ਕਰਦਾ ਹੋਵੇ ਤਾਂ ਉਹਦੇ ਲਈ ਇਹ ਸਭ ਕੁਝ ਹੋ ਸਕਦਾ ਹੈ। ਪਰ ਜਿਹੜਾ ਵਿਸ਼ਵਾਸ ਨਹੀਂ ਕਰਦਾ ਅਜੀਜੋ ਉਹਦੇ ਲਈ ਕੁਛ ਵੀ ਹੋ ਨਹੀਂ ਸਕਦਾ। ਉਹ ਮਰ ਜਾਏਗਾ और वो कब्र विच चला जाएगा और फिर आखिरी दिन ओदा न्याय होवेगा और कुछ नहीं होवेगा। पर जिहड़ा विश्वास करता है जो मर भी जावे तां भी उसनूं एक आशा है कि वो मुर्दियां दे विचों जी उठेगा। ਹੁਣ ਅਸੀਂ ਵੇਖਦੇ ਹਾਂ ਕਿ ਪੌਲਸ ਇਹਨਾਂ ਗੱਲਾਂ ਨੂੰ ਕਰਦਾ ਪਹਿਲਾ ਕਰੰਥੀਆਂ 15 ਦੀ 50 ਦੇ ਉੱਤੇ ਆ ਜਾਂਦਾ ਹੈ। ਪਹਿਲਾ ਕਰੰਥੀਆਂ 15 ਦੀ 50 ਦੇ ਉੱਤੇ ਆ ਕੇ ਕਹਿਣਾ ਸ਼ੁਰੂ ਕਰਦਾ ਹੈ ਜੋ ਮੈਂ ਤੁਹਾਡੇ ਸਾਹਮਣੇ ਪੜ੍ਹਨਾ ਚਾਹੁੰਦਾ। ਹੁਣ हे ਭਰਾਓ ਮੈਂ ਇਹ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ। ਇਹ ਜਿਹੜਾ ਲਹੂ ਅਤੇ ਮਾਸ ਵਾਲਾ ਸਰੀਰ ਹੈ ਜਿਹੜਾ ਸਾਡੇ ਆਤਮਾ ਦੇ ਬਾਰ-ਬਾਰ ਹੈ ਇਹ ਤੇ ਸਵਰਗ ਵਿੱਚ ਨਹੀਂ ਜਾਂਦਾ। ਇਹ ਨਹੀਂ ਸਵਰਗ ਵਿੱਚ ਜਾਂਦਾ ਪਰ ਸਵਰਗ ਵਿੱਚ ਜਾਣ ਵਾਲਾ ਜਿਹੜਾ ਵਿਸ਼ਵਾਸ ਕਰਦਾ ਹੈ ਉਹ ਹੈ। ਔਰ ਇਸ ਸਰੀਰ ਦੇ ਕੰਮ ਜਿਹੜੇ ਨੇ ਉਹ ਤੇ ਗਲਾਤੀਆਂ ਦੇ ਅੰਦਰ ਲਿਖੇ ਹੋਏ ਨੇ। ਗਲਾਤੀਆਂ 5:19 ਦੇ ਅੰਦਰ ਲਿਖੇ ਹੋਏ ਨੇ, ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਜਨਾਨੜੇ, ਨਾ ਮੁੰਡੇਬਾਜ਼, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਲੁਟੇਰੇ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਹੋਣਗੇ। ਤੋ ਅਸੀਂ ਵੇਖਦੇ ਹਾਂ ਇਸੇ ਅਧਿਆਏ ਦੇ ਅੰਦਰ फिर दूसरे आत्मिक शरीर का भी जिक्र हुंदा है। और आत्मिक शरीर इस मिट्टी वाले दे अंदर है। और ये जिहड़ा विश्वास करदा आशा रखदा है वो मिट्टी वाला नहीं बल्कि अंदर साडे एक शरीर है जिहड़ा ये आस करदा है। आओ मैं तुहानू गलातियां दी पत्री विच लैके चलिया हाँ। और गलातियां दी कलीसिया नूं जदों संत पौलुस खत लिखदा है और वो कुछ गल्लां करदा है और गलातियां मैं तुहाडे सामने रखना चाहुंदा हाँ। और लिखत कहती है गलातियां 5:22 पर आत्मा का फल ये है, ये आत्मिक शरीर है। आत्मा का फल ये है प्रेम, आनंद, शांति, धीरज, दयालगी, भलाई, वफादारी, नरमाई, संजम। ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰ੍ਹਾ ਨਹੀਂ ਹੈ।
ਅਤੇ ਜਿਹੜੇ ਮਸੀਹ ਯीशु ਦੇ ਹਨ, ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ ਦਿੱਤਾ ਹੈ। ਔਰ ਫਿਰ ਉਹ ਕਹਿੰਦਾ, ਤੁਸੀਂ ਇਹਨਾਂ ਪਾਪਾਂ ਦੇ ਕਾਰਨ ਇਹ ਜਿਹੜਾ ਸਰੀਰ ਹੈ ਇਹ ਮਿੱਟੀ ਦਾ ਹੈ, ਇਹ ਖੁਦਾ ਦੇ ਘਰ ਵਿੱਚ ਨਹੀਂ ਜਾ ਸਕਦਾ। और फिर पौलुस दूसरा करंथियां उसका 5वां अध्याय और उसकी पहली आयत विच कुछ कहता है। वो कहता है, असी जानते हाँ, इसका मतलब असी अनजान नहीं हाँ, असी जानते हाँ भाई जे साडा तंबू जा घर जेड़ा धरती ते है टै पवे तां परमेश्वर दे कोलों सानू एक घर मिलेगा जेड़ा बिना हथ लाए अटल अते स्वर्ग विच बनिया होया है। साडी अज आस इस स्वर्गी शरीर दे उत्ते होनी चाहिदी है, जिहदे बारे दूसरे आदम ने गल्लां कीतियां ने। पहला आदम ये गल्लां नहीं कर सकिया। पहले आदम के बारे मैं तुहानू उत्पत्ति 3 दी 17 विच लैके जांदा हां। पहला आदम, और उत्थे लिखिया है, इस कारण के तू अपनी तीवी दी गल सुनी, धरती तेरे कारण की हो गई, सरापत हो गई। ओ तेरे लिए कंडे अते कुंडियाले उगाया करेगी, और तू जीवन भर ओदे विचों दुख दे नाल खावेगा। तू मूँह दे मुड़के नाल रोटी खावेगा। तू मिट्टी विचों कढ़िया गया और फिर मिट्टी विच मुड़ जावेगा। ये है मिट्टी वाला शरीर। और अज असी जे जिउंदे हाँ ते बाहर मिट्टी वाला है, लेकिन अंदर आत्मा वाला है, जेड़ा मसीह यीशु ते आस रखदा है। और लिखत कहती है, प्रभु तुहानू किरपा दवे, दूसरी आयत पढ़नी चाहता, 5 दी दूसरी आयत। और पहली आयत बड़ी अच्छी आयत है, मैं बहुत बारी इस नू कोट करदा हाँ। लिखिया, असी जानते हाँ जो साडा तंबू जा का जेड़ा धरती दे उत्ते है ढह पवे, तां परमेश्वर तो सानू एक घर मिलेगा जेड़ा अटल अते स्वर्ग विच बनिया होया है। क्यों जो इस विच असीं तां हौके भरदे अते तरसदे हां, भाई अपने बसेरे नूं दुआले लै लईए, जिहड़ा स्वर्गों है दुआले लै लईए, तां भी असीं पहने होए, तां जो असीं पहने होए हो के नंगे ना पाए जाइए। असी हो के भरदे हाँ, मिट्टी वाले शरीर विच असी हो के भरदे हाँ। जे ज्यादा सिर दुख रहा है तां भी मौत का डर, जे पेट विच ज्यादा दर्द हो गई आ तां भी मौत का डर। और याद रखो, जे कोई अगों सामने हथियार लैके आ गया तां भी मौत का डर। याद रखो, इस मिट्टी वाले नूं किहदा डर लग्या रहिंदा है? मौत दा डर लग्या रहिंदा है। और तीसरी आयत जिहड़ी मैं तुहाडे सामने पढ़नी चाहुंदा हां, वो ये कहती है, क्यों जो असी जिहड़े इस तंबू विच हां, भार दे हेठ दबे हुए हौके भरदे हां। असी ये तां नहीं चाहुंदे भाई इनू ला सुटीए, सगों ये जो ओनू दुआले लै लईए
ਭਾਈ ਜਿਹੜਾ ਮਰਨਹਾਰ ਹੈ ਉਹ ਜੀਵਨ ਨਾਲ ਭਖ ਲਿਆ ਜਾਵੇ। ਹਮੇਸ਼ਾ ਦੀ ਜ਼ਿੰਦਗੀ ਵਾਲਾ ਸਰੀਰ ਸਾਡੇ ਖੁਦਾਵੰਦ ਯਿਸੂ ਮਸੀਹ ਨੇ ਉਸ ਦਾ ਵਾਅਦਾ ਕੀਤਾ ਹੈ, ਔਰ ਜਿਹੜਾ ਉਸ ਦਾ ਵਾਅਦਾ ਕੀਤਾ ਹੈ ਉਹਦਾ ਪ੍ਰਤਾਪ ਵੀ ਦੱਸਿਆ ਹੈ। ਕਿਉਂਕਿ ਪਹਿਲਾ ਕਰੰਥੀਆਂ 15:40 ਦੇ ਅੰਦਰ ਉਹ ਕਹਿੰਦਾ ਹੈ ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਹਨ। ਟੌਪਿਕ ਹੈ ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਹਨ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਤੋ ਹੁਣ ਅਸੀਂ ਵੇਖਦੇ ਹਾਂ ਕਿ ਜਿਹੜਾ ਆਦਮ ਹੈ ਉਹ ਮਿੱਟੀ ਵਾਲੇ ਜ਼ਮੀਨ ਵਾਲੇ ਸਰੀਰ ਦਾ ਹੈ। ਇਸ ਕਰਕੇ ਉਹਦੇ ਕਾਰਨ ਮੌਤ ਸਾਡੇ ਸਭਨਾਂ ਦੇ ਉੱਤੇ ਆ ਕੇ ਸਾਡੇ ਹੌਕੇ ਮਰਵਾਉਂਦੀ ਔਰ ਸਾਨੂੰ ਡਰਾਉਂਦੀ ਰਹਿੰਦੀ ਹੈ। ਪਰ ਅਸੀਂ ਵੇਖਦੇ ਹਾਂ ਜਦੋਂ ਹਮੇਸ਼ਾ ਦੇ ਜੀਵਨ ਵਾਲਾ ਸਰੀਰ ਆਇਆ ਔਰ ਉਹ ਯਿਸੂ ਮਸੀਹ ਲੈ ਕੇ ਆਇਆ, ਔਰ ਅਸੀਂ ਪਾਪਾਂ ਦੇ ਨਾਲ ਭਰੇ ਹੋਏ, ਬੁਰਾਈਆਂ ਦੇ ਨਾਲ ਭਰੇ ਹੋਏ ਉਮਰ ਕੱਟ ਰਹੇ ਸੀ, ਹੌਕੇ ਭਰ ਰਹੇ ਸੀ, ਜਦ ਦੂਸਰਾ ਆਦਮ ਆ ਗਿਆ। ਦੂਸਰਾ ਆਦਮ ਸਾਡਾ ਖੁਦਾਵੰਦ ਯਿਸੂ ਮਸੀਹ ਹੈ। ਔਰ ਲਿਖਤ ਕਹਿੰਦੀ ਹੈ ਯਹੋਨਾ 3:13 ਦੇ ਅੰਦਰ ਸਵਰਗ ਨੂੰ ਕੋਈ ਨਹੀਂ ਚੜਿਆ, ਪਰ ਉਹ ਜਿਹੜਾ ਸਵਰਗ ਤੋਂ ਉਤਰਿਆ ਅਰਥਾਤ ਮਨੁੱਖ ਦਾ ਪੁੱਤਰ, ਉਹ ਸਾਡੇ ਲਈ ਸਵਰਗੀ ਸਰੀਰ ਲੈ ਕੇ ਆਉਂਦਾ ਹੈ। ਉਹ ਸਵਰਗ ਦੀਆਂ ਗੱਲਾਂ ਲੈ ਕੇ ਆਉਂਦਾ ਹੈ। ਉਹ ਇਸ ਜਿਸਮਾਨੀ ਮਿੱਟੀ ਦੇ ਸਰੀਰ ਤੋਂ ਸਾਡਾ ਛੁਟਕਾਰਾ ਕਰਵਾਉਣਾ ਚਾਹੁੰਦਾ ਹੈ। ਕਦੋਂ ਹੋ ਜਾਂਦਾ ਹੈ? ਵਚਨ ਕਹਿੰਦਾ ਹੈ ਜਦੋਂ ਯਿਸੂ ਮਸੀਹ ਨੇ ਚਿਲਾ ਕੇ ਸਲੀਬ ਉੱਤੇ ਜਾਨ ਦੇ ਦਿੱਤੀ, ਔਰ ਲਿਖਿਆ ਵੇਖੋ ਹੈਕਲ ਦਾ ਪਰਦਾ ਫਟ ਕੇ 2 ਹੋ ਗਿਆ, ਧਰਤੀ ਕੰਬੀ, ਚਟਾਨਾਂ ਤਿੜਕੀਆਂ ਔਰ ਸੁੱਤੇ ਹੋਏ ਸੰਤਾਂ ਦੀਆਂ ਕਬਰਾਂ ਖੁੱਲ ਗਈਆਂ ਜਿਨ੍ਹਾਂ ਨੇ ਪੁਰਾਣੇ ਨੇਮ ਦੇ ਅੰਦਰ ਉਹਦੇ ਉੱਤੇ ਵਿਸ਼ਵਾਸ ਕੀਤਾ ਸੀ। ਔਰ ਜੇ ਉਹ ਮੁਰਦਿਆਂ ਵਿੱਚੋਂ ਜੀ ਉੱਠੇ ਤੇ ਖੁਦਾ ਸਾਨੂੰ ਵੀ ਇੱਕ ਸਵਰਗੀ ਸਰੀਰ ਦਾ ਸਾਡੇ ਨਾਲ ਪੌਲਸ ਦੇ ਵਿੱਚੋਂ ਦੀ ਵਾਅਦਾ ਕਰ ਰਿਹਾ ਹੈ। ਔਰ ਉਹ ਕਹਿ ਰਿਹਾ ਹੈ ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਹਨ। ਜ਼ਮੀਨੀਆਂ ਦਾ ਪ੍ਰਤਾਪ ਹੋਰ ਹੈ ਅਤੇ ਸਵਰਗੀਆਂ ਦਾ ਪ੍ਰਤਾਪ ਹੋਰ ਹੈ। ਜਦੋਂ ਅਸੀਂ ਸਵਰਗ ਵਿੱਚ ਚਲੇ ਜਾਵਾਂਗੇ ਔਰ ਉੱਥੇ ਕਿਸੇ ਨੂੰ ਭੁੱਖ ਨਹੀਂ ਲੱਗੇਗੀ, ਕਿਸੇ ਨੂੰ ਤੇ ਨਹੀਂ ਲੱਗੇਗੀ, ਔਰ ਕੁਝ ਵੀ ਸਵਰਗ ਵਿੱਚ ਬੀਜਿਆ ਨਹੀਂ ਜਾਂਦਾ, ਨਾ ਉੱਥੇ ਉਗਦਾ ਹੈ ਔਰ ਨਾ ਉੱਥੇ ਕਣਕ ਤੇ ਝੋਨੇ ਦੀ ਵਾਢੀ ਹੁੰਦੀ ਹੈ। ਬਸ ਉੱਥੇ ਤੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਵਿੱਚ ਹੋਵਾਂਗੇ ਔਰ ਪ੍ਰਭੂ ਦਾ ਸਦਾ ਕੀ ਕਰਾਂਗੇ? ਧੰਨਵਾਦ ਕਰਦੇ ਹੋਵਾਂਗੇ। ਇਹ ਹੈ ਸਵਰਗੀਆਂ ਦਾ ਪ੍ਰਤਾਪ, ਜਿਨ੍ਹਾਂ ਸਵਰਗ ਵਿੱਚ ਚਲੇ ਜਾਣਾ ਹੈ। ਔਰ ਮੈਂ ਉਹਨਾਂ ਨੂੰ ਪ੍ਰਕਾਸ਼ 7:9 ਵਿੱਚ ਲੈ ਕੇ ਜਾਂਦਾ ਹਾਂ ਔਰ ਤੁਹਾਡੇ ਸਾਹਮਣੇ ਉਸ ਨੂੰ ਰੱਖਣਾ ਚਾਹੁੰਦਾ ਹਾਂ। ਪ੍ਰਕਾਸ਼ 7:9-10 ਔਰ ਇੱਥੇ ਲਿਖਤ ਕਹਿੰਦੀ ਹੈ ਇਹਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਾਈ ਹਰੇਕ ਕੌਮ ਵਿੱਚੋਂ, ਸਭਨਾ ਗੋਤਾਂ, ਉਮਤਾਂ,
ਅਤੇ ਭਾਖਿਆ ਵਿੱਚੋਂ ਇੱਕ ਵੱਡੀ ਭੀੜ ਜਿਹਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ, ਚਿੱਟੇ ਵਸਤਰ ਪਹਿਨੇ ਅਤੇ ਖਜੂਰ ਦੀਆਂ ਟਾਹਣੀਆਂ ਹੱਥਾਂ ਵਿੱਚ ਲਏ ਸਿੰਘਾਸਨ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ। ਇਹ ਵੱਡੀ ਆਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ, ਮੁਕਤੀ ਸਾਡੇ ਪਰਮੇਸ਼ਰ ਵੱਲੋਂ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਅਤੇ ਲੇਲੇ ਵੱਲੋਂ। ਬਸ ਇਹ ਉਹਦਾ ਕੀ ਕਰਦੇ ਰਹਿੰਦੇ ਨੇ? ਧੰਨਵਾਦ ਕਰਦੇ ਰਹਿੰਦੇ ਨੇ। ਔਰ ਲੱਖਾਂ ਔਰ ਧਰਤੀ ਦੇ ਉੱਤੋਂ ਸਵਰਗੀ ਸਰੀਰ ਪਾਏ ਹੋਏ ਯੀਸ਼ੂ ਦੀ ਕਿਰਪਾ ਨਾਲ, ਜਿਹੜੇ ਯੀਸ਼ੂ ਦੇ ਗਵਾਹ ਬਣ ਕੇ ਇੱਥੋਂ ਚਲੇ ਗਏ ਨੇ, ਉਹ ਪ੍ਰਭੂ ਯੀਸ਼ੂ ਮਸੀਹ ਦਾ ਹਮੇਸ਼ਾ ਉੱਥੇ ਸਵਰਗ ਦੇ ਵਿੱਚ ਧੰਨਵਾਦ ਕਰਦੇ ਰਹਿੰਦੇ ਨੇ। ਅੱਜ ਅਸੀਂ ਧਰਤੀ ਦੇ ਉੱਤੇ ਜਿਉਂਦੇ ਹਾਂ, ਔਰ ਜਿਹੜਾ ਵਚਨ ਉਹਨਾਂ ਲਈ ਸੀ ਉਹੀ ਵਚਨ ਅਜੀਜ਼ੋ ਅੱਜ ਮੇਰੇ ਅਤੇ ਤੁਹਾਡੇ ਲਈ ਹੈ। ਉਹਨਾਂ ਨੇ ਇਸ ਵਚਨ ਉੱਤੇ ਵਿਸ਼ਵਾਸ ਕੀਤਾ। ਵਚਨ ਕੌਣ ਹੈ? ਵਚਨ ਖੁਦਾਵੰਦ ਯੀਸ਼ੂ ਮਸੀਹ ਹੈ, ਔਰ ਇਹੀ ਦੂਸਰਾ ਆਦਮ ਹੈ। ਇਹੀ ਦੂਸਰਾ ਆਦਮ ਹੈ। ਪਹਿਲੇ ਆਦਮ ਤੋਂ ਮੌਤ ਆਈ, ਪਰ ਇਹ ਦੂਸਰੇ ਆਦਮ ਤੋਂ ਸਾਨੂੰ ਜੀਵਨ ਮਿਲਦਾ ਹੈ। ਜਿਹੜਾ ਕੋਈ ਇਹਦੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਨਾਸ਼ ਨਹੀਂ ਹੋਵੇਗਾ, ਬਲਕਿ ਹਮੇਸ਼ਾ ਦਾ ਜੀਵਨ ਪਾ ਜਾਵੇਗਾ। ਤੋ ਮੇਰੇ ਅਜ਼ੀਜ਼ੋ, ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ, ਮੈਂ ਇਸ ਨੂੰ ਬਹੁਤ ਵਾਰੀ ਬਿਆਨ ਕਰਦਾ, ਮੈਨੂੰ ਬਹੁਤ ਅੱਛਾ ਲੱਗਦਾ ਹੈ। ਇਹ ਪਹਿਲਾ ਥੈਸਲੋਨੀਕੀਆਂ 4:16, ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ, ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ, ਅਸੀਂ ਪ੍ਰਭੂ ਦੇ ਮਿਲਣ ਨੂੰ ਅਚਾਨਕ ਬੱਦਲਾਂ ਉੱਤੇ ਉਠਾਏ ਜਾਵਾਂਗੇ ਅਤੇ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਔਰ ਪੌਲਸ ਕਹਿੰਦਾ, ਇਹਨਾਂ ਗੱਲਾਂ ਦੇ ਨਾਲ ਇੱਕ ਦੂਵੇ ਨੂੰ ਕੀ ਜਾ ਕਰੋ? ਤਸੱਲੀ ਜਾ ਕਰੋ। ਜੇ ਅੱਜ ਦੁਨੀਆ ਦੇ ਉੱਤੇ ਸਾਡੇ ਕੋਲ ਤਸੱਲੀ ਹੈ ਤੇ ਉਹ ਖੁਦਾ ਦੇ ਜਿਉਂਦੇ ਵਚਨ ਦੇ ਨਾਲ ਹੈ। ਔਰ ਜਿਹੜਾ ਕੋਈ ਸੱਚੀ ਤਸੱਲੀ, ਸ਼ਾਂਤੀ ਪਾਉਣ ਦਾ ਚਾਹਵਾਨ ਹੈ, ਉਸ ਨੂੰ ਜ਼ਰੂਰ ਪ੍ਰਭੂ ਦੀ ਨਜ਼ਦੀਕੀ ਵਿੱਚ ਆ ਜਾਣਾ ਚਾਹੀਦਾ ਹੈ। ਔਰ ਜੇ ਤੁਸੀਂ ਪ੍ਰਭੂ ਤੋਂ ਦੂਰ ਹੋ ਤੇ ਉਹ ਤੁਹਾਨੂੰ ਨੇੜੇ ਲਿਆਉਣ ਦੀ ਆਸ ਕਰਦਾ ਹੈ। ਔਰ ਵਚਨ ਕਹਿੰਦਾ ਹੈ, ਜਰਮੀਆ, ਜੇ ਤੂੰ ਮੁੜੇ ਤੇ ਮੈਂ ਤੈਨੂੰ ਮੋੜ ਲਿਆਵਾਂਗਾ। ਅੱਜ ਮਨੁੱਖਾਂ ਲਈ ਬੜਾ ਔਖਾ ਹੈ ਪ੍ਰਭੂ ਵੱਲ ਮੋੜ ਆਉਣਾ, ਕਿਉਂਕਿ ਦੁਨੀਆ ਦੀਆਂ ਖੁਆਇਸ਼ਾਂ, ਦੁਨੀਆ ਦੇ ਕੰਮ ਉਹਨਾਂ ਨੂੰ ਪ੍ਰਭੂ ਵੱਲ ਮੁੜਨ ਨਹੀਂ ਦਿੰਦੇ। ਪਰ ਉਹ ਕਹਿੰਦਾ ਹੈ, ਜੇ ਤੂੰ ਮੁੜੇ ਤੇ ਮੈਂ ਤੈਨੂੰ ਮੋੜ ਲਿਆਵਾਂਗਾ। ਭਾਈ ਤੂੰ ਨਖੇਧ ਨੂੰ ਅੱਡ ਕਰੇ ਅਤੇ ਤਾਂ ਤੂੰ ਮੇਰੇ ਮੁਖ ਵਰਗਾ ਹੋਵੇਗਾ। ਕੁਝ ਨਖੇਧ ਗੱਲਾਂ ਨੇ ਜਿਨ੍ਹਾਂ ਨਾਲ ਪ੍ਰਭੂ ਦਾ ਕੋਈ ਵਾਸਤਾ ਨਹੀਂ ਹੈ, ਪਰ ਮਨੁੱਖ ਉਹਨਾਂ ਗੱਲਾਂ ਨਾਲ ਚੰਬੜੇ ਹੀ ਰਹਿੰਦੇ ਹਨ। ਮਨੁੱਖ ਉਹ ਗੱਲਾਂ ਛੱਡਣ ਲਈ ਤਿਆਰ ਨਹੀਂ ਆ। ਮਨੁੱਖ ਆਪਣੇ ਉਹਨਾਂ ਪਾਪਾਂ ਤੋਂ ਤੌਬਾ ਕਰਨ ਲਈ ਤਿਆਰ ਨਹੀਂ ਆ। ਮਨੁੱਖ ਆਪਣਾ ਜੀਵਨ ਖੁਦਾ ਦੇ ਹੱਥ ਵਿੱਚ ਦੇਣ ਲਈ ਤਿਆਰ ਨਹੀਂ ਆ। ਮਨੁੱਖ ਪ੍ਰਭੂ ਵੱਲ ਮੁੜਨ ਵਾਸਤੇ ਤਿਆਰ ਨਹੀਂ ਹਨ। ਪਰ ਜਿਹੜੇ ਮੁੜ ਆਉਣਗੇ ਅਜੀਜ਼ੋ, ਉਹ ਨਾਸ਼ ਨਹੀਂ ਹੋ ਸਕਣਗੇ,
बल्कि वो बच जाणगे। प्रभु यीशु मसीह ने कहा, हे सारे थके हुओ, हे सारे थके हुओ अते भार दे हेठ दबे हुओ, मेरे कोल आओ, मैं तुहानू की दवांगा, आराम दवांगा। मेरे कोल आओ, मैं तुहानू की दवांगा, आराम दवांगा। आओ असी प्रभु वाल मुड़ चलीए और उसनू अपना जीवन दे दईए, क्योंकि असी उन्नू मिट्टी दा उहदे हवाले कर देवांगे और ये मिट्टी दा शरीर जिहड़ा है ये बदलेगा, ये आत्मिक शरीर विच चला जाएगा। पर जे असी उन्नू प्यार करांगे, आओ असी प्रार्थना विच जांदे हां, दुआ करांगे। साडे चूंदे प्रभु यीशु मसीह, तेरा बहुत बहुत धन्यवाद होवे प्रभु। तू मुबारक है जिसने सुबह सवेर आज छोटा जा संदेश दिता है। ये तेरे बच्चों वास्ते है जिहड़े दूर नेड़े सारी धरती के उत्ते खिलरे हुए ने। प्रभु जी ये उन्हां दे लई तसल्ली दा पैगाम है। प्रभु तू उन्हां सबनां नूं बरकत दे। दुआ यीशु मसीह दे नाम विच मंगदे, आमीन।